ਮੈਂ ਇੱਕ ਦਿਨ ਮੁਹੰਮਦ ਦੀਨ ਸਿੰਧੀ ਕੋਲੋਂ ਪੁੱਛਿਆ, ਯਾਰ ਸਿੰਧੀਆਂ ਦੀ ਮਾਂਗਤਾਂ ਵਾਲੀ ਤੇ ਬੇਵਸਾਂ ਵਾਲੀ ਆਦਤ ਮੈਨੂੰ ਬਹੁਤ ਬੁਰੀ ਲੱਗਦੀ ਏ। ਕਿੰਨੇ ਕਿੰਨੇ ਜਵਾਨ ਤੇ ਜ਼ੋਰ ਵਾਲੇ ਗੱਭਰੂ ਬਖਸ਼ੀਸ਼ ਦੀ ਉਡੀਕ ਵਿੱਚ ਵਿਛਦੇ ਰਹਿੰਦੇ ਨੇ ਤੇ ਉਹਨਾਂ ਦੇ ਹੱਥ ਕੁਝ ਨਹੀਂ ਆਵਦਾ। ਮੁਹੰਮਦ ਦੀਨ ਆਖਿਆ, ਤੂੰ ਠੀਕ ਕਹਿਣਾ ਏ। ਸਾਡੀ ਇੱਜ਼ਤਮਾਈ ਸੋਚ ਤੇ ਰਵੱਈਆ ਮਾਂਗਤਾਂ ਵਾਲਾ ਹੀ ਏ। ਖੁਦਦਾਰੀ ਤੇ ਅਣਖ ਸਾਡੀ ਰੂਹ ਵਿੱਚੋਂ ਸਾਹ ਵਾਂਗ ਪੀ ਲਈ ਗਈ ਏ। ਇੱਥੇ ਵਡੇਰਾ ਸ਼ਾਹੀ ਨੇ ਸਾਡੇ ਕੋਲੋਂ ਸਿਰ ਚੁੱਕਣਾ ਤੇ ਅੱਖਾਂ ਮਿਲਾ ਕੇ ਗੱਲ ਕਰਨ ਦਾ ਜਜ਼ਬਾ ਖੋਹ ਲਿਆ ਹੋਇਆ ਏ। ਹੁਣ ਸਾਡੀ ਲੋਕਾਈ ਵੀ ਸਿਰ ਚੁੱਕਣ ਤੇ ਅੱਖ ਪੁੱਟਣ ਨੂੰ ਜੁਰਮ ਸਮਝਦੀ ਏ। ਠੀਕ ਆਖਣਾ ਸੀ ਮੁਹੰਮਦ ਦੀਨ ਦਾ ਵੀ, ਮੈਂ ਸੋਚਦਾ। ਅਸਾਂ ਵੀ ਤਾਂ ਜ਼ਿਮੀਂਦਾਰ ਦੇ ਸਾਹਮਣੇ ਧੌਣ ਨਵਾਈ ਰੱਖਦੇ ਸਾਂ, ਉੱਚਾ ਨਹੀਂ ਸਾਂ ਬੋਲ ਸਕਦੇ, ਕਿਸੇ ਵੀ ਵਗਾਰ ਤੋਂ ਇਨਕਾਰ ਨਹੀਂ ਸਾਂ ਕਰ ਸਕਦੇ। ਹਰ ਥਾਵੇਂ ਰਾਕਾਂ ਨਾਲ ਇਹੀ ਸਲੂਕ ਹੁੰਦਾ ਏ, ਸਿੰਧ ਹੋਵੇ ਤੇ ਭਾਵੇਂ ਪੰਜਾਬ। ਜ਼ਿਮੀਂਦਾਰਾਂ ਜਾਂ ਵਡੇਰਿਆਂ ਦੀ ਜਗੀਰ ਵਿੱਚ ਜਿੰਦਾ ਜਾਂ ਬੇਜਾਨ ਹਰ ਚੀਜ਼ ਜਗੀਰ ਦੇ ਮਾਲਕ ਦੀ ਮਲਕੀਅਤ ਹੁੰਦੀ ਏ ਤੇ ਸਮਝੀ ਵੀ ਜਾਂਦੀ ਏ। ਰਾਕਾਂ ਦੀ ਕੋਈ ਚੀਜ਼ ਵੀ ਜ਼ਿਮੀਂਦਾਰ ਜਾਂ ਵਡੇਰੇ ਦੀ ਨਜ਼ਰ ਤੋਂ ਓਹਲੇ ਨਹੀਂ ਰਹਿ ਸਕਦੀ। ਪਰ ਸਿੰਧ ਤੇ ਉਸ ਇਲਾਕੇ ਦੇ ਲੋਕ ਬਹੁਤ ਹੀ ਮਾੜੇ, ਹੀਣੇ ਤੇ ਕੇਰੇ ਸਨ। ਕਿਸੇ ਵੀ ਸਿੰਧੀ ਦਾ ਡਾਢਾ ਮਜ਼ਬੂਤ ਤੇ ਭਰਵੇਂ ਟਿੱਲ ਵਾਲਾ ਜੁੱਸਾ ਵੇਖਣ ਵਿੱਚ ਨਹੀਂ ਆਇਆ। 7-8 ਮਹੀਨਿਆਂ ਮਗਰੋਂ ਹੀ ਪੰਜਾਬੀ ਉਦਾਸ ਹੋ ਗਏ। ਪੰਜਾਬ ਜਿਹਨੂੰ ਛੱਡ ਕੇ ਆਏ ਸਨ ਬਹੁਤ ਯਾਦ ਆਵਣ ਲੱਗ ਪਿਆ ਸੀ। ਗੱਭਰੂਆਂ ਦਾ ਜੋਸ਼ ਤੇ ਅੱਖੜਪੁਣਾ ਮੁੱਕਦਾ ਜਾ ਰਿਹਾ ਸੀ। ਅੱਖਾਂ ਵਿੱਚ ਪਹਿਲੇ ਵਾਲੀ ਚਮਕ ਨਜ਼ਰ ਨਹੀਂ ਸੀ ਆਉਂਦੀ। ਇਹ ਉੱਥੋਂ ਦੀ ਭੋਏ ਦਾ ਅਸਰ ਸੀ ਜਾਂ ਪੰਜਾਬ ਦੀ ਖਿੱਚ ਵੱਧ ਗਈ ਸੀ। ਛੋਟੇ ਬਾਲ ਮਾਪਿਆਂ ਨੂੰ ਪੁੱਛਦੇ, ਘਰ ਕਦੋਂ ਜਾਵਾਂਗੇ? ਉਹ ਤਾਂ ਬਾਲ ਸੀ, ਉਹ ਕੀ ਜਾਣਨ ਘਰ ਤੇ ਘਰ ਵਾਲਿਆਂ ਦਾ ਹੁੰਦਾ ਏ। ਅਸਾਂ ਸਾਰੇ ਬੇਘਰ ਹੀ ਆਂ। ਪਰ ਗੱਭਰੂਆਂ ਦੇ ਗੀਤਾਂ ਵਿੱਚ ਸੱਦਾਂ ਤੇ ਸੁਰਾਂ ਜ਼ਿਆਦਾ ਆ ਗਈਆਂ ਸਨ। ਮੁਟਿਆਰਾਂ ਦੇ ਸੀਨੇ ਵਿੱਚੋਂ ਹੂਕ ਉੱਠਣ ਲੱਗ ਪਈ ਸੀ। ਉਹ ਲੁਕ ਲੁਕ ਗਾਉਂਦੀਆਂ ਸਨ। ਨਵੇਂ ਗੀਤ ਦੇ ਮਾਹੀਏ ਵੀ ਜੋੜ ਲਿਆ ਕਰਦੀਆਂ ਸਨ। ਉਹਨਾਂ ਨੂੰ ਪੰਜਾਬ ਦਾ ਮਾਹੀ ਚੇਤੇ ਆਉਂਦਾ ਸੀ। ਚਿੜੀ ਉੱਡ ਗਈ ਆ ਬੋਟਾਂ ਤੇ, ਇੱਕ ਵਾਰੀ ਮਿਲ ਮਾਹੀਆ ਪੰਨੂ ਪੁੱਲ ਦੀਆਂ ਗੋਠਾਂ ਤੇ। ਇਹ ਵਿਜੋਗੀ ਕੁੜੀਆਂ ਆਪਣੇ ਵਿਜੋਗ ਵਿੱਚ ਇਹ ਵੀ ਭੁੱਲ ਗਈਆਂ ਸਨ ਕਿ ਚਿੜੀ ਬੋਟਾਂ ਉੱਤੋਂ ਉੱਡਦੀ ਨਹੀਂ, ਬੋਟਾਂ ਉੱਤੇ ਬੈਠਦੀ ਏ। ਖੌਰੇ ਉਹ ਆਪਣੇ ਆਪ ਨੂੰ ਚਿੜੀ ਨਾ ਸਮਝਦੀਆਂ ਹੋਵਣ ਤੇ ਪੰਜਾਬ ਆਪਣੇ ਬੋਟਾਂ ਦਾ ਆਲ੍ਹਣਾ ਸਮਝਦੀਆਂ ਹੋਵਣ। ਇੰਜ ਤੇ ਕੁੜੀਆਂ ਚਿੜੀਆਂ ਹੁੰਦੀਆਂ ਹਨ। ਅੱਜ ਮੈਨੂੰ ਅਫਸੋਸ ਹੁੰਦਾ ਏ, ਜੇ ਮੈਂ ਉਸ ਵੇਲੇ ਸਮਝਦਾ ਤੇ ਮੁਟਿਆਰਾਂ ਦੇ ਨਵੇਂ ਬਣਾਏ ਗੀਤ ਯਾਦ ਕਰ ਲੈਂਦਾ ਤਾਂ ਕਿੰਨਾ ਚੰਗਾ ਹੁੰਦਾ। ਗੱਭਰੂਆਂ ਵੀ ਨਵੇਂ ਗੀਤ ਬਣਾਏ ਹੁਸਨ, ਪਰ ਮੈਂ ਨਹੀਂ ਸਨ ਸੁਣੇ। ਪੰਜਾਬ ਦੀ ਯਾਦ ਵਿੱਚ ਮੈਂ ਕਈ ਗੱਭਰੂਆਂ ਨੂੰ ਛਮ ਰੋਂਦਿਆਂ ਜ਼ਰੂਰ ਵੇਖਿਆ ਸੀ। ਕੀ ਸੀ ਆ ਸਾਡਾ ਪੰਜਾਬ ਵਿੱਚ? ਕੁਝ ਵੀ ਨਾ, ਪਰ ਫੇਰ ਵੀ ਖੌਰੇ ਕਿਉਂ ਯਾਦ ਆਉਂਦਾ ਸੀ। ਜ਼ਿਮੀਂਦਾਰਾਂ ਦਾ ਤੇ ਪੈਸੇ ਵਾਲਿਆਂ ਦਾ ਪੰਜਾਬ। ਪੰਜਾਬੀ ਬਿਮਾਰ ਹੋਣ ਲੱਗ ਪਏ ਸਨ। ਇੱਕਦਮ ਢਿੱਡ ਵਿੱਚ ਸੂਲ ਉੱਠਦਾ, ਗੁੜਗੁੜ ਹੁੰਦੀ, ਟੱਟੀਆਂ ਲੱਗਦੀਆਂ ਤੇ ਫਿਰ ਬੰਦ ਹੀ ਨਾ ਹੁੰਦੀਆਂ। ਢਿੱਡ ਵਿੱਚ ਵੱਟ ਫਿਰਦਾ, ਹਵਾ ਖਾਰਜ ਹੁੰਦੀ, ਪਰ ਆਰਾਮ ਨਾ ਆਉਂਦਾ। ਰਾਜੇ ਕੋਲੋਂ ਮਿਲੀਆਂ ਖੈਰਾਤੀ ਗੋਲੀਆਂ ਭਲਾ ਕਿੱਥੇ ਇਲਾਜ ਕਰ ਸਕਦੀਆਂ ਸਨ। ਸਿੰਧ ਦਾ ਗੰਢਾ ਵੀ ਪੰਜਾਬ ਦੇ ਗੰਢੇ ਵਾਂਗ ਅਸਰ ਨਹੀਂ ਸੀ ਕਰਦਾ। ਰਾਕਾਂ ਰਾਜੇ ਕੋਲੋਂ ਮਿਲਿਆ ਮੁਫਤ ਰਾਸ਼ਨ ਖਾਧਾ ਵੀ ਤੇ ਬਹੁਤ ਸੀ। ਭੁੱਖੇ ਲੋਕਾਂ ਸਦੀਆਂ ਦੀ ਭੁੱਖ ਕੱਢੀ ਹੋਸੀ ਤੇ ਹੁਣ ਹਾਜ਼ਮੇ ਖਰਾਬ ਕਰਾ ਬੈਠੇ ਸਨ। ਹੋ ਸਕਦਾ ਇਹ ਇੰਜ ਹੋਵੇ। ਕਰਜ਼ਾ ਵੀ ਤੇ ਬਹੁਤ ਚੜ੍ਹ ਗਿਆ ਸੀ ਹਰ ਇੱਕ ਰਾਹਕ ਉੱਤੇ। ਰਾਕਾਂ ਦਾ ਮਾਲ ਡੰਗਰ ਵੀ ਜਿਹੜਾ ਪੰਜਾਬ ਤੋਂ ਲੈ ਕੇ ਗਏ ਸਨ ਬਿਮਾਰ ਰਹਿਣ ਲੱਗ ਪਿਆ ਸੀ। ਸਗੋਂ ਵਿੱਚੋਂ ਪਸ਼ੂ ਮਰਨ ਵੀ ਲੱਗ ਪਏ ਸਨ। ਪੰਜਾਬੀਆਂ ਇੱਕਦਮ ਦਿਲ ਛੱਡ ਦਿੱਤਾ ਤੇ ਕੁਝ ਲੋਕ ਖਿਸਕਣ ਲੱਗ ਪਏ। ਸਾਰਾ ਕੁਝ ਉੱਥੇ ਹੀ ਛੱਡ ਕੇ ਛੜੀਆਂ ਬਾਹਾਂ ਲੈ ਕੇ ਪਰਤ ਆਉਂਦੇ। ਕੁੱਲੀ ਵਿੱਚ ਦੀਵਾ ਬਲਦਾ ਹੀ ਰਹਿ ਜਾਂਦਾ। ਕੁੱਲੀ ਵਾਲੇ ਗਾਇਬ ਹੋ ਜਾਂਦੇ। ਗੋਠ ਦਾ ਨੰਬਰਦਾਰ ਭਾਲ ਕਰਦਾ ਹੀ ਰਹਿ ਜਾਂਦਾ। ਨੰਬਰਦਾਰ ਡਰਿਆ ਹੋਇਆ ਤੇ ਰਾਹਕ ਦੀ ਖਬਰ ਰਾਜੇ ਨੂੰ ਨਾ ਕਰਦਾ, ਕਿਉਂ ਜੋ ਗੋਠ ਦੀ ਜ਼ਿੰਮੇਵਾਰੀ ਨੰਬਰਦਾਰ ਉੱਤੇ ਹੀ ਹੁੰਦੀ ਸੀ। ਹਰ ਗੋਠ ਵਿੱਚੋਂ ਲੋਕ ਨੱਸ ਕੇ ਜਾ ਰਹੇ ਸਨ। ਗੋਠਾਂ ਦੇ ਨੰਬਰਦਾਰ ਪਰੇਸ਼ਾਨ ਸਨ ਕਿ ਉਹਨਾਂ ਦਾ ਕਰਜ਼ਾ ਕੌਣ ਵਾਪਸ ਕਰੇਗਾ। ਢੋ ਐਸਾ ਲੱਗਾ ਕਿ ਰਾਜਾ ਕਿਸੇ ਕੰਮ ਜਾਂ ਸੈਰ ਸਪਾਟੇ ਲਈ ਲੰਡਨ ਚਲਾ ਗਿਆ। ਪੰਜਾਬੀ ਰਾਕਾਂ ਚੁੱਕੀਆਂ ਭਾਜੜਾਂ ਤੇ ਉੱਠ ਤੁਰੇ। ਰਾਜੇ ਦੇ ਮੁਨਸ਼ੀਆਂ ਰਾਜੇ ਨੂੰ ਤਾਰਾਂ ਖੜਕਾ ਦਿੱਤੀਆਂ। ਰਾਕਾਂ ਦੇ ਲਿਹਾਜ਼ ਖਾਤਰ ਰਾਜਾ ਇੱਕ ਦਿਨ ਪਿੱਛੋਂ ਲੱਥੀ ਭੱਜੀ ਆਇਆ ਤੇ ਸਹੀ, ਪਰ ਓਨੀ ਦੇਰ ਵਿੱਚ ਰਾਹਕ ਕਾਵਾਂ ਵਾਂਗਰ ਪੂਰੇ ਪੰਜਾਬ ਵਿੱਚ ਖਿੱਲਰ ਗਏ ਸਨ। ਪਰ ਉਹਨਾਂ ਦਾ ਮਾਲ ਡੰਗਰ ਰੇਲਵੇ ਦੀ ਗੱਡੀ ਵਿੱਚ ਹੀ ਅਜੇ ਆ ਰਿਹਾ ਸੀ। ਮਾਲ ਡੰਗਰ ਉੱਤੇ ਰਾਜੇ ਪੁਲਿਸ ਰਾਹੀਂ ਕਬਜ਼ਾ ਕਰ ਲਿਆ। ਮਾਲ ਡੰਗਰ ਦੀ ਰਾਖੀ ਵਾਲੇ ਕੁਝ ਰਾਹਕ ਰਾਜੇ ਦੇ ਕਾਬੂ ਵਿੱਚ ਆ ਗਏ, ਪਰ ਇੰਨੇ ਮਾਲ ਡੰਗਰ ਨੂੰ ਰਾਜਾ ਤੇ ਪੁਲਿਸ ਸੰਭਾਲੇ ਕਿੱਥੇ।
ਫਿਰ ਮਾਲ ਵਾਲੇ ਹੀ ਮਾਲ ਸੰਭਾਲ ਸਕਦੇ ਸਨ। ਪੂਰਾ ਵੱਗ ਦਾ ਵੱਗ ਸੰਭਾਲਿਆ ਨਹੀਂ ਸੀ ਜਾ ਰਿਹਾ। ਪੁਲਿਸ ਦੇ 4-5 ਸਿਪਾਹੀ ਮਾਲ ਦੀ ਰਾਖੀ ਵਾਸਤੇ ਮੁਕਰਰ ਹੋਏ। ਲਾਹੌਰ ਦੇ ਨੇੜੇ ਸਟੇਸ਼ਨ ਦੇ ਲਾਗੇ ਇੱਕ ਪਿੰਡ ਦੇ ਬਾਹਰ ਮਾਲ ਡੰਗਰ ਡੱਕ ਦਿੱਤਾ। ਨਾਲ ਹੀ ਉਹਨਾਂ ਰਾਕਾਂ ਨੂੰ ਜਿਹੜੇ ਆਪਣੇ ਆਪਣੇ ਪਸ਼ੂਆਂ ਦੇ ਨਾਲ ਸਨ, ਖੌਰੇ ਅਦਾਲਤ ਵਿੱਚ ਕੇਸ ਕਰ ਦਿੱਤਾ ਸੀ। ਰਾਜੇ ਅਸਾਂ ਦਿਨ ਨੂੰ ਜੂਹ ਵਿੱਚ ਮਾਲ ਡੰਗਰ ਚਰਾਵਦੇ, ਰਾਤ ਨੂੰ ਮਿੱਥੀ ਹੋਈ ਥਾਵੇਂ ਲਿਆ ਬੰਨ੍ਹਦੇ। ਬਾਹਰ ਜੂਹ ਵਿੱਚ ਪੁਲਿਸ ਵੀ ਸਾਡੇ ਨਾਲ ਜਾਂਦੀ। 2-3 ਦਿਨ ਤਾਂ ਪੁਲਿਸ ਵਾਲੇ ਆਪਣੀ ਆਕੜ ਵਿਖਾਉਂਦੇ ਰਹੇ, ਪਰ ਜਦ ਸਾਡੇ ਨਾਲ ਧੁੱਪ ਵਿੱਚ ਭੁੱਖੇ ਭਾਣੇ ਮਾਲ ਦੇ ਮਗਰ ਮਗਰ ਫਿਰਨਾ ਪਿਆ ਤਾਂ ਢਿੱਗੀ ਢਾਹ ਬੈਠੇ। ਫਿਰ ਉਹਨਾਂ ਇਹ ਹੱਲ ਕੱਢਿਆ ਕਿ ਸਾਡੇ ਵਿੱਚੋਂ 2 ਬੰਦੇ ਆਪਣੇ ਕੋਲ ਪਿੰਡ ਵਿੱਚ ਹੀ ਜ਼ਮਾਨਤੀ ਰੱਖ ਲੈਂਦੇ ਤੇ ਬਾਕੀ ਮਾਲ ਡੰਗਰ ਚਰਾਵਣ ਚਲੇ ਜਾਂਦੇ। ਅਦਾਲਤ ਵਿੱਚ ਰਾਜੇ ਨੂੰ ਤੇ ਉਹਦੇ ਵਕੀਲਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕੀਤਾ ਜਾਵੇ। 80 ਕੁਨਬੇ ਜਾਂ ਖਾਨਦਾਨ ਦੁਨੀਆ ਦੇ ਕਿਹੜੇ ਕਾਨੂੰਨ ਨਾਲ ਕਾਬੂ ਕੀਤੇ ਜਾ ਸਕਦੇ ਸਨ। ਰਾਜੇ ਦਾ ਪੁਲਿਸ ਵਿੱਚ ਅਸਰ ਤੇ ਬਹੁਤ ਸੀ। ਉਸ ਸਾਡਾ ਮਾਲ ਡੰਗਰ ਭਾਵੇਂ ਕਾਬੂ ਕੀਤਾ ਹੋਇਆ ਸੀ, ਪਰ ਕੋਈ ਚੱਜ ਨਾਲ ਉਹਦਾ ਮੁਕੱਦਮਾ ਨਹੀਂ ਸੀ ਬਣ ਰਿਹਾ। ਪਰ ਅਸਾਂ ਤੇ ਪੁਲਿਸ ਦੀ ਨਿਗਰਾਨੀ ਵਿੱਚ ਅੱਕੇ ਹੋਏ ਸਾਂ। ਪੰਜਾਬ ਵਿੱਚ ਆ ਕੇ ਵੀ ਅਸਾਂ ਪੰਜਾਬ ਤੋਂ ਦੂਰ ਸਾਂ। ਇੱਕ ਦਿਨ ਅਸਾਂ ਛੇੜੂਆਂ ਸਲਾਹ ਕੀਤੀ ਕਿ ਰਾਜੇ ਦੇ ਕਰਜ਼ੇ ਨਾਲੋਂ ਸਾਡਾ ਬਿਮਾਰ ਮਾਲ ਡੰਗਰ ਬਹੁਤਾ ਤੇ ਨਹੀਂ। ਅਸਾਂ ਮਾਲ ਡੰਗਰ ਉੱਥੇ ਹੀ ਛੱਡਿਆ ਤੇ ਨੱਸ ਆਏ। ਘਰ ਘਾਟ ਤੇ ਸਾਡਾ ਹੈ ਕੋਈ ਨਹੀਂ ਸੀ। ਅੰਗਾਂ ਸਾਕਾਂ ਦੇ ਬੂਹੇ ਜਾ ਡਿੱਗੇ। ਪਹਿਲੀ ਮੁਲਾਕਾਤ ਵਿੱਚ ਤਾਂ ਸਾਕ ਉੱਡ ਕੇ ਮਿਲੇ, ਗੱਲ ਲੱਗ ਰੋਏ, ਪਰ ਛੇਤੀ ਓਪਰੇ ਹੋਵਣ ਲੱਗ ਪਏ ਸਨ। ਪੰਜਾਬ ਦਾ ਮਿੱਠਾ ਤੇ ਸਵਾਦਲਾ ਪਾਣੀ ਅਸਾਂ ਰੱਜ ਕੇ ਪੀਤਾ ਤੇ ਡੰਝ ਲਾਹੀ। ਠੰਡੀ ਤੇ ਨਰੋਈ ਹਵਾ ਵਿੱਚ ਲੰਮੇ ਭਰ ਕੇ ਸਾਹ ਲਏ। ਮੈਂ ਡੇਕ ਵਿੱਚ ਨਹਾਵਣ ਲਈ ਪੁੱਠੀਆਂ ਸਿੱਧੀਆਂ ਤਾਰੀਆਂ ਲਾਈਆਂ ਤਾਂ ਇੱਕ ਵਾਰੀ ਸਾਰੇ ਦੁੱਖ ਭੁੱਲ ਗਏ। ਬੇਰੀਆਂ ਦੇ ਸੂਹੇ ਬੇਰ ਖਾਧੇ ਤਾਂ ਮੂੰਹੋਂ ਵਾਹ ਨਿਕਲਦਾ ਸੀ। ਇੱਥੋਂ ਦੀ ਮੱਝ ਦਾ ਕੱਚਾ ਦੁੱਧ ਪੀਤਾ ਤੇ ਆਪਣੇ ਆਪ ਜੁੱਸੇ ਵਿੱਚ ਨਸ਼ੇ ਤੇ ਟਿੱਲ ਫੁੱਟ ਪਏ। ਚਿੜੀਆਂ ਦੀ ਚਹਿਕਾਰ, ਕੋਇਲ ਦੀ ਕੂਕ ਨਾਲ ਰੂਹ ਦੀਆਂ ਸਾਰੀਆਂ ਕਲਾਂ ਹਿੱਲ ਪਈਆਂ ਸਨ। ਹਰੇ ਤੇ ਉੱਚੇ ਰੁੱਖਾਂ ਦੀਆਂ ਝੂਲਦੀਆਂ ਚੋਟੀਆਂ ਤੇ ਟੀਸੀਆਂ ਮਨ ਭਾਉਂਦੀਆਂ ਸਨ। ਜ਼ਿਮੀਂਦਾਰ ਦੇ ਟਿਊਬਵੈੱਲ ਦੀ ਟੂ ਸੁਣ ਕੇ ਮਨ ਦੇ ਸਾਰੇ ਤਾਰ ਖੜਕਣ ਲੱਗ ਪਏ ਸਨ। ਸ਼ਾਹੂ ਦੇ ਖੋਲੇ ਇੱਕ ਵਾਰੀ ਫੇਰ ਖਾਲੀ ਸਨ, ਜਿਨ੍ਹਾਂ ਨੂੰ ਵੇਖ ਕੇ ਸੀਨੇ ਵਿੱਚੋਂ ਹੂਕ ਉੱਠਦੀ ਸੀ। ਪਰ ਦੂਜੇ ਹੀ ਪਲ ਖਿਆਲ ਉੱਡ ਕੇ ਸਹਿਣ ਦੱਪੜ ਜਾਂਦਾ ਸੀ। ਹੁਣ ਉਹ ਵਸਦਾ ਜਾਪਦਾ ਸੀ। ਮੇਰੋ ਪਾਣੀ ਭਰਦੀ ਹੋਸੀ ਉਸੇ ਛੋਟੇ ਤੋਂ ਜਿੱਥੇ ਮੇਰਾ ਇਹਤਰਾਮ ਹੋਇਆ ਸੀ। ਫਿਰ ਮੇਰੋ ਦੀ ਭਰਜਾਈ ਸਕੀਨਾ ਸੱਜਰੀ ਵਿਆਹੀ ਯਾਦ ਆਉਂਦੀ ਸੀ। ਹਸਮੁਖ ਤੇ ਪਿਆਰਖੋਰੀ ਜਿਹੀ, ਜਿਹੜੀ ਗਹਿਣਿਆਂ ਨਾਲ ਸਜੀ ਹੋਈ, ਛਣ ਕਰਦੀ ਗੁਟਕਦੀ ਹੋਈ, ਸ਼ਰਮਾਉਂਦੀ ਤੇ ਚਮਕਦੀ ਹੋਈ। ਮੇਰੋ ਨਾਲ ਗੱਲਾਂ ਕਰਨ ਵੇਲੇ ਮੈਨੂੰ ਕਿੰਨਾ ਆਨੰਦ ਤੇ ਸਵਾਦ ਆਇਆ ਸੀ। ਫਿਰ ਮੇਰਾ ਬੇਲੀ ਮੁਹੰਮਦ ਦੀਨ ਰਹਿ ਗਿਆ ਸੀ ਉੱਥੇ। ਮਾਸੂਮ ਤੇ ਭਲਾ ਮਾਨੂੰ, ਉਹਦੀ ਭਰਜਾਈ ਸੰਮੀ, ਉਹਦਾ ਪੁੱਤਰ ਨਾਥ ਤੇ ਉਹਦੀ ਨੂੰਹ ਝੰਡੋ ਕਿੰਨੇ ਪਿਆਰੇ ਲੋਕ ਸਨ। ਹੁਣ ਮੇਰਾ ਦਿਲ ਸਿੰਧ ਲਈ ਵੀ ਤੜਫਣ ਲੱਗ ਪਿਆ ਸੀ। ਮੇਰਾ ਪਹਿਲਾ ਬਾਲ ਵੀ ਤੇ ਉਸੇ ਭੂਮੀ ਵਿੱਚ ਰਹਿ ਗਿਆ ਸੀ। ਕਿੰਨੇ ਅਥਰੂ ਮੇਰੀ ਵਹੁਟੀ ਦੇ ਉਸ ਜ਼ਮੀਨ ਵਿੱਚ ਰੁਲ ਗਏ ਸਨ। ਮੇਰੀਆਂ ਅੱਖਾਂ ਦੇ ਕਿੰਨੇ ਹੀ ਮੰਜ਼ਰ ਉੱਥੇ ਰਹਿ ਗਏ ਸਨ। ਮੇਰੀਆਂ ਯਾਦਾਂ ਵਿੱਚ ਸਿੰਧ ਦੇ ਤਾਬੇਦਾਰ ਮੋਚੀ ਸਨ, ਜਿਹੜੇ ਚਮੜੇ ਦੀਆਂ ਜੁੱਤੀਆਂ ਵਿੱਚ ਰੰਗ ਬਿਰੰਗੇ ਰੈਕਸੀਨ ਦੇ ਫੁੱਲ ਬੂਟੇ ਬਣਾਉਂਦੇ ਸਨ, ਸ਼ੀਸ਼ੇ ਜੜਦੇ ਸਨ। ਸਾਡੇ ਢੱਗਿਆਂ ਵਾਸਤੇ ਸ਼ੌਂਕ ਨਾਲ ਚਮੜੇ ਦੇ ਸਿਹਰੇ ਬਣਾ ਕੇ ਦਿੰਦੇ ਸਨ। ਪੰਜਾਬੀ ਗੱਭਰੂਆਂ ਦੇ ਡੋਲਿਆਂ ਉੱਤੇ ਪਟੇ ਮੋਤੀਆਂ ਨਾਲ ਜੜ ਕੇ ਬਣਾ ਦਿੰਦੇ ਸਨ। ਸਿੰਧ ਦੀਆਂ ਸੋਹਣੀਆਂ ਘੋੜੀਆਂ ਮੇਰੀਆਂ ਯਾਦਾਂ ਵਿੱਚ ਖੁੱਭ ਗਈਆਂ ਹੋਈਆਂ ਸਨ, ਜਿਹੜੀਆਂ ਪੰਜਾਬੀ ਘੋੜੀ ਨਾਲੋਂ ਸੋਹਣੀ ਤੇ ਸੁਥਰੀ ਚਾਲ ਚੱਲਦੀਆਂ ਸਨ। ਉਹ ਘੋੜੀਆਂ ਸਿੰਧ ਦੀਆਂ ਪਰੀਆਂ ਸਨ। ਉਹਨਾਂ ਦੀ ਸਵਾਰੀ ਕਰਨ ਵਾਲਾ ਸਵਾਰ ਸੱਜਦਾ ਵੀ ਬਹੁਤ ਸੀ। ਐਸੀ ਚਾਲ ਚੱਲਦੀਆਂ ਕਿ ਮਜਾਲ ਏ ਸਵਾਰ ਨੂੰ ਕੋਈ ਹੁਜਕਾ ਜਾਂ ਝਟਕਾ ਲੱਗ ਜਾਵੇ। ਸਵਾਰ ਦੁੱਧ ਦਾ ਛੰਨਾ ਭਰ ਕੇ ਘੋੜੀ ਉੱਤੇ ਬੈਠ ਕੇ ਘੋੜੀ ਭਜਾਉਂਦੇ, ਪਰ ਫਿਰ ਘੋੜੀ ਐਸੀ ਚਾਲ ਚੱਲੇ ਕਿ ਛੰਨੇ ਵਿੱਚੋਂ ਤੁਬਕਾ ਦੁੱਧ ਵੀ ਨਾ ਡੁੱਲੇ। ਹਰ ਮੁਸ਼ਕਲ ਵੇਲੇ ਸਿੰਧੀਆਂ ਦੀ ਉਹ ਆਵਾਜ਼ ਘੋੜਾ ੜੇ ਅਜੇ ਤੀਕ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ। ਹੱਟਾਂ ਵਾਲੇ ਸਿੰਧੀ ਸੇਠਾਂ ਦੇ ਮੱਕਾਰ ਚਿਹਰੇ ਵੀ ਮੈਨੂੰ ਯਾਦ ਆ ਰਹੇ ਸਨ। ਅਸਾਂ ਲੋਕ ਭੁੱਖ ਨੰਗ ਜਰਨ ਦੇ ਆਦੀ ਸਾਂ। ਪੁਰਾਣੀ ਥਾਂ ਉੱਤੇ ਭਾਰਤ ਤਾਂ ਆਏ, ਪਰ ਬੇਸ਼ਰਮੀ ਦੇ ਤਾਨੇ ਬਹੁਤ ਸੁਣਨੇ ਪਏ। ਢੀਠ ਪੁਣੇ ਦੀਆਂ ਸਾਰੀਆਂ ਹੱਦਾਂ ਮੁੱਕ ਜਾਂਦੀਆਂ ਸਨ ਜਦੋਂ ਅਸਾਂ ਮੁਕਾਮੀ ਤੇ ਆਪਣੇ ਘਰਾਂ ਵਾਲਿਆਂ ਨੂੰ ਉਹਨਾਂ ਦੇ ਤਾਨਿਆਂ ਵਜੋਂ ਜਵਾਬ ਵਿੱਚ ਆਖ ਦੇ ਕਿ ਤੁਸੀਂ ਤੇ ਆਪਣਾ ਘਰ ਬਣਾ ਕੇ ਇੱਕੋ ਥਾਂ 'ਤੇ ਹੀ ਬੱਝੇ ਰਹਿੰਦੇ ਹੋ। ਸਾਰਾ ਜਹਾਨ ਸਾਡਾ ਏ। ਸਿੰਧ, ਪੰਜਾਬ ਤੇ ਪੂਰਾ ਮੁਲਕ ਸਾਡੇ ਪੈਰਾਂ ਹੇਠ ਏ।
ਜਿੱਥੇ ਜੀ ਕੀਤਾ ਜਾ ਵਸੇ। ਆਖਣ ਨੂੰ ਤਾਂ ਅਸਾਂ ਆਖ ਦਿੰਦੇ ਕਿ ਸਾਰਾ ਜਹਾਨ ਸਾਡਾ ਏ, ਪਰ ਅੰਦਰੋਂ ਅੰਦਰ ਪੱਚੀ ਹੋਇਆ ਕਰਦੇ ਤੇ ਅੱਖਾਂ ਨੀਵੀਆਂ ਕਰ ਲੈਂਦੇ ਸਾਂ। ਪੁਰਾਣੇ ਜ਼ਿਮੀਂਦਾਰ ਸਾਨੂੰ ਮੁੜ ਕੇ ਕਬੂਲ ਤਾਂ ਲਿਆ। ਬਹੁਤ ਝੜਕਾਂ ਤੇ ਤਾਨੇ ਦਿੰਦਿਆਂ ਹੋਇਆਂ ਆਖਿਆ, ਸਿੰਧ ਗਏ ਅੰਬ ਲੈਣ ਸੋ, ਹੁਣ ਇੱਥੇ ਘੁੱਗੂ ਫੜਨ ਆਏ ਹੋ। ਅਸੀਂ ਪੁਰਾਣੇ ਤੌਲਕ ਦੀ ਖਾਤਰ ਤੁਹਾਨੂੰ ਰੱਖ ਰਹੇ ਹਾਂ, ਨਹੀਂ ਤੇ ਤੁਸੀਂ ਬੇਸ਼ਰਮ ਲੋਕ ਤਾਂ ਜੁੱਤੀਆਂ ਲਾਇਕ ਹੋ। ਸੱਚੇ ਮਾਈ ਬਾਪ, ਜਵਾਬ ਵਿੱਚ ਰਾਹਕ ਲੀਲਾਂ ਲੈਂਦੇ ਆਖਦੇ। ਮਾਈ ਬਾਪ ਬਣੇ ਜ਼ਿਮੀਂਦਾਰ ਪਰਤਣ ਵਾਲੇ ਰਾਕਾਂ ਨੂੰ ਉਹ ਜ਼ਮੀਨਾਂ ਦਿੱਤੀਆਂ ਜਿੱਥੇ ਪਾਣੀ ਘੱਟ ਜਾਂਦਾ ਸੀ। ਬੇਆਬਾਦ ਜਿਹੀਆਂ ਸਨ, ਪਰ ਅਸਾਂ ਤਾਂ ਇਹ ਵੀ ਜ਼ਿਮੀਂਦਾਰ ਦਾ ਅਹਿਸਾਨ ਸਮਝਦੇ ਸਾਂ। ਜ਼ਿਮੀਂਦਾਰ ਸਾਡੇ ਸਿੰਧ ਜਾਵਣ ਮਗਰੋਂ ਹੋਰ ਰਾਹਕ ਲਿਆਂਦੇ ਹੋਏ ਸਨ। ਨਵੇਂ ਰਾਕਾਂ ਦੇ ਇੱਕ ਪਾਸੇ ਅਸਾਂ ਵੀ ਡੇਰਾ ਲਾ ਲਿਆ। ਹੱਥ ਪੱਲੇ ਹੈ ਕੁਝ ਨਹੀਂ ਸੀ। ਆਮਦਿਆਂ ਹੀ ਜ਼ਿਮੀਂਦਾਰ ਕੋਲੋਂ ਉਧਾਰ ਅਨਾਜ ਮਿਲਣ ਦੀ ਕੋਈ ਉਮੀਦ ਨਹੀਂ ਸੀ। ਇਸੇ ਲਈ ਮੈਂ, ਮੇਰੀ ਵਹੁਟੀ ਤੇ ਮੁਹੰਮਦ ਹੁਸੈਨ ਦਰਿਆ ਕੰਢੇ ਦਿਹਾੜੀ ਦੱਪੇ ਲਈ ਘਰੋਂ ਨਿਕਲ ਟੁਰੇ। ਉੱਥੇ ਰਾਵੀ ਕੰਢੇ ਫਸਲਾਂ ਦੀ ਵਾਢੀ ਲਈ ਹੋਰ ਰਾਹਕ ਵੀ ਗਏ ਹੋਏ ਸਨ। ਅਸਾਂ ਵੀ ਅੱਪੜ ਗਏ। ਦਰਿਆ ਦੇ ਕੰਢੇ ਤੋਂ ਸਰਕਾਨਾ ਇਕੱਠਾ ਕੀਤਾ ਤੇ ਝੱਟ ਇੱਕ ਕੁੱਲੀ ਘੜ ਕੇ ਭੋਏ ਵਿੱਚ ਗੱਡ ਲਈ। ਕੁੱਲੀ ਇੰਨੀ ਛੋਟੀ ਸੀ ਕਿ ਸਾਨੂੰ ਬੂਹੇ ਵਿੱਚੋਂ ਅੰਦਰ ਬਾਹਰ ਜਾਵਣ ਲਈ ਘੋੜੀ ਬਣਨਾ ਪੈਂਦਾ ਸੀ। ਕੋਈ ਚੀਜ਼ ਅੰਦਰੋਂ ਲਿਆਵਣੀ ਜਾਂ ਲਿਜਾਵਣੀ ਹੋਵੇ ਤਾਂ ਸਾਨੂੰ ਡੜਨਾ ਪੈਂਦਾ ਸੀ, ਕਿਉਂ ਜੋ ਅੰਦਰ ਬਾਹਰ ਜਾਵਣ ਲਈ ਹੱਥਾਂ ਨੂੰ ਵੀ ਭੋਏ ਉੱਤੇ ਰੱਖਣਾ ਪੈਂਦਾ ਸੀ। ਮੰਜੀ ਤੇ ਹੈ ਕੋਈ ਨਹੀਂ ਸੀ, ਭੁੰਜੇ ਹੀ ਸੌਂ ਜਾਈਦਾ ਸੀ। ਵਾਢੀਆਂ ਵਿੱਚ ਅਜੇ ਕੁਝ ਦਿਨ ਰਹਿੰਦੇ ਸਨ। ਇੱਥੇ ਕੱਚੇ ਦੇ ਇਲਾਕੇ ਵਿੱਚ ਕਣਕਾਂ ਦੇਰ ਨਾਲ ਪੱਕਦੀਆਂ ਨੇ। ਇੱਥੇ ਹਰੇ ਪੱਠੇ, ਜਵੀ ਤੇ ਛਟਾਲਾ ਬਹੁਤ ਹੁੰਦੇ ਨੇ। ਸ਼ਹਿਰ ਦੇ ਡਾਂਗਰੀ ਇੱਥੋਂ ਰੇੜੇ ਭਰ ਭਰ ਕੇ ਸ਼ਹਿਰ ਆਪਣੀਆਂ ਮੱਝਾਂ ਗਾਵਾਂ ਵਾਸਤੇ ਲੈ ਜਾਂਦੇ ਸਨ। ਜਵੀਂ ਪੱਠਾ ਵੱਢਣ ਲਈ ਉਹਨਾਂ ਨੂੰ ਮਜ਼ਦੂਰ ਚਾਹੀਦੇ ਹੁੰਦੇ ਸਨ। ਦੂਜਿਆਂ ਲੋਕਾਂ ਵਾਂਗ ਮੈਂ ਤੇ ਮੁਹੰਮਦ ਹੁਸੈਨ ਵੀ ਡਾਂਗਰੀਆਂ ਲਈ ਪੱਠੇ ਵੱਢਣ ਦੀ ਮਜ਼ਦੂਰੀ ਕਰ ਲਈ। 3 ਰੁਪਏ ਫੀ ਰੇੜਾ। ਅਸਾਂ ਦੋਵੇਂ ਭਰਾ ਸਾਰਾ ਦਿਨ ਜਵੀ ਛਟਾਲਾ ਵੱਢਦੇ ਰਹਿੰਦੇ। ਸ਼ਾਮ ਤੀਕਰ 15 ਰੁਪਏ ਤੇ ਕਦੇ 12 ਰੁਪਏ ਦੋਵਾਂ ਦੀ ਮਜ਼ਦੂਰੀ ਬਣ ਜਾਂਦੀ ਸੀ। ਸਾਡੀ ਮਜ਼ਦੂਰੀ ਦਾ ਪਿਓ ਨੂੰ ਇਲਮ ਹੋਇਆ ਤਾਂ ਉਹ ਝੱਟ ਆ ਗਿਆ। ਜੋ ਕੁਝ ਸਾਡੇ ਕੋਲ ਹੈ ਸੀ ਖੋਹ ਕੇ ਰਾਹੇ ਪਿਆ। ਅਸਾਂ ਮਜ਼ਦੂਰੀ ਕਰਦੇ ਰਹਿ ਗਏ। ਮੈਂ ਕੁਝ ਭੈੜਾ ਪੈ ਗਿਆ ਤਾਂ ਮੁਹੰਮਦ ਹੁਸੈਨ ਮੁਸਕਰਾ ਕੇ ਆਖਿਆ, ਬਰਦਾ ਸ਼ਾਹ ਦਰਖਤਾਂ ਦੀ ਕਰੇ ਰਾਖੀ, ਮੇਵਾ ਪੱਕੇ ਤੇ ਖਾਣ ਨਸੀਬ ਵਾਲੇ। ਇਹ ਨਸੀਬ ਕੀ ਹੁੰਦਾ ਏ ਮੁਹੰਮਦ ਹੁਸੈਨ? ਵਾਢੀਆਂ ਦੇ ਦਿਨਾਂ ਵਾਸਤੇ ਸਾਨੂੰ ਵੀ ਤੇ ਕੁਝ ਚਾਹੀਦਾ ਸੀ, ਪਰ ਪਿਓ ਤਾਂ ਸਭ ਕੁਝ ਹੂੰਝ ਕੇ ਲੈ ਗਿਆ ਏ। ਮੇਰੀਆਂ ਅੱਖਾਂ ਭਿੱਜ ਗਈਆਂ ਸਨ। ਮੁਹੰਮਦ ਹੁਸੈਨ ਨੇ ਤਸੱਲੀ ਦਿੰਦਿਆਂ ਆਖਿਆ, ਪਿੱਛੇ ਵੀ ਤੇ ਸਾਡੇ 4 ਛੋਟੇ ਭਰਾ ਨੇ, ਖੌਰੇ ਉਹਨਾਂ ਨੂੰ ਕੁਝ ਲੱਭਦਾ ਏ ਕਿ ਨਹੀਂ? ਸਾਡਾ ਕੀ ਏ? ਅਸਾਂ ਤਾਂ ਜਵਾਨ ਆ, ਗੁਜ਼ਾਰਾ ਕਰ ਲਵਾਂਗੇ। ਠੀਕ ਏ, ਕੁਝ ਤਾਂ ਸਾਡੇ ਕੋਲ ਰਹਿਣ ਦਿੰਦਾ। ਪੁੱਤਰਾਂ ਨੂੰ ਤੇ ਉਹ ਹਰ ਤਰੀਕੇ ਨਾਲ ਦਬਾ ਸਕਦਾ ਏ, ਪਰ ਸਾਡੇ ਨਾਲ ਇੱਕ ਪਰਾਈ ਧੀ ਵੀ ਤਾਂ ਹੈ, ਉਹਦਾ ਹੀ ਕੁਝ ਖਿਆਲ ਕਰਦਾ। ਮੇਰੀ ਇਸ ਗੱਲ ਉੱਤੇ ਝੱਟ ਮੇਰੀ ਵਹੁਟੀ ਆਖਿਆ, ਨਾ ਮੈਨੂੰ ਕੋਈ ਸ਼ਿਕਾਇਤ ਜਾਂ ਗਿਲਾ ਨਹੀਂ। ਜਿੱਥੇ ਤੁਸੀਂ ਦੋਵੇਂ ਭਰਾ ਦੁੱਖ ਮੁਸੀਬਤਾਂ ਪਏ ਕੱਟਦੇ ਹੋ, ਉੱਥੇ ਮੈਨੂੰ ਵੀ ਕੋਈ ਫਿਕਰ ਨਹੀਂ। ਅਸਾਂ ਫੇਰ ਹੋਰ ਮਜ਼ਦੂਰੀ ਕੀਤੀ, ਕੁਝ ਕਮਾਇਆ। ਪਿਓ ਨੂੰ ਫੇਰ ਝੱਸ ਪਿਆ ਤੇ ਆ ਕੇ ਲੈ ਗਿਆ। ਪਿਓ ਨੂੰ ਰੋਕ ਵੀ ਨਹੀਂ ਸਾਂ ਸਕਦੇ। ਮੁਹੰਮਦ ਹੁਸੈਨ ਦੇ ਆਖਣ ਮੂਜਬ ਆਪਣੇ ਲਈ ਤੇ ਹਰ ਕੋਈ ਜਿਉਂਦਾ ਏ, ਸਵਾਹ ਦੇ ਕਿਸੇ ਹੋਰ ਲਈ ਜੀਵਨ ਦਾ। ਹਾਂ, ਠੀਕ ਆਖਦਾ ਸੀ ਮੁਹੰਮਦ ਹੁਸੈਨ। ਕਿਸੇ ਲਈ ਕੌਣ ਏ? ਸਾਡੇ 4 ਛੋਟੇ ਭਰਾ ਸਨ। ਵਾਢੀ ਪੈ ਗਈ ਤਾਂ ਅਸਾਂ ਕਣਕ ਵੱਢਣ ਦੀ ਮਜ਼ਦੂਰੀ ਸ਼ੁਰੂ ਕਰ ਦਿੱਤੀ। 1 ਕਿੱਲਾ ਕਣਕ ਵੱਢਣ ਉੱਤੇ 4 ਭਰੀਆਂ ਮਿਲਦੀਆਂ ਸਨ। ਹੋਰਾਂ ਲੋਕਾਂ ਨਾਲ ਮਿਲ ਕੇ ਅਸਾਂ ਵੀ ਵਾਢੀ ਵਿੱਚ ਦਾਤਰੀ ਪਾ ਦਿੱਤੀ। ਦੋਵੇਂ ਭਰਾ ਸਰਗੀ ਵੇਲੇ ਉੱਠ ਕੇ ਕਣਕ ਵੱਢਣ ਨੂੰ ਜੁੜ ਪੈਂਦੇ। ਹੋਰ ਵਾਢੇ ਵੀ ਨਾਲ ਹੁੰਦੇ। ਛਾਹ ਵੇਲੇ ਹੋਰ ਸਵਾਣੀਆਂ ਵਾਂਗ ਮੇਰੀ ਵਹੁਟੀ ਛਾਹ ਵੇਲਾ ਲੈ ਕੇ ਆਉਂਦੀ ਤੇ ਫੇਰ ਸਾਰੀਆਂ ਸਵਾਣੀਆਂ ਵਾਂਗ ਸਾਡੇ ਨਾਲ ਹੀ ਵਾਢੀ ਕਰਨ ਲੱਗ ਪੈਂਦੀ। ਸੋਤੇ ਡੂੰਘੇ ਤੀਕਰ ਅਸਾਂ ਕਣਕ ਵੱਢ ਕੇ ਤੇ ਫੇਰ ਇਕੱਠੀ ਕਰਕੇ ਭਰੀਆਂ ਬੰਨ੍ਹ ਕੇ ਖਲਵਾੜਾ ਜੋੜ ਦਿੰਦੇ। ਕੱਚੇ ਵਿੱਚ ਕਣਕਾਂ ਦਾ ਨਾੜ ਕਟਕਦਾ ਨਹੀਂ ਸੀ ਹੁੰਦਾ। ਨਾੜ ਉੱਤੋਂ ਭਾਵੇਂ ਪੱਕਾ ਤੇ ਸੁੱਕਾ ਨਜ਼ਰ ਆਉਂਦਾ ਸੀ, ਪਰ ਅੰਦਰੋਂ ਨਹੀਂ ਸੀ ਸੁੱਕਦਾ। ਇਸੇ ਲਈ ਅਸਾਂ ਉਹਨੂੰ ਹਰਗੰਢ ਆਖਦੇ ਸਾਂ। ਕੱਚੇ ਦੀ ਕਣਕ ਦਾ ਨਾੜ ਜਿੰਨਾ ਮਰਜ਼ੀ ਸੁੱਕ ਜਾਵੇ, ਪਰ ਉਹਦੀ ਗੰਢ ਹਰੀ ਹੀ ਰਹਿੰਦੀ ਸੀ। ਹਰ ਗੰਢ ਕਣਕ ਵੱਢਣ ਵਾਲਿਆਂ ਨੂੰ ਬਹੁਤ ਔਖੀ ਢੁੱਕਦੀ ਸੀ। ਬਾਹਾਂ ਤੇ ਮੋਹਰਾਂ ਦਾਤਰੀ ਖਿੱਚ ਕੇ ਰਹਿ ਜਾਂਦੀਆਂ ਸਨ। ਰੋਜ਼ ਦਾਤਰੀ ਦੇ ਦੰਦੇ ਲੁਹਾਰ ਕੋਲੋਂ ਕਢਵਾਉਣੇ ਪੈਂਦੇ ਸਨ। ਦਾਤਰੀਆਂ ਦੇ ਦੰਦੇ ਕਢਵਾਉਣ ਲਈ ਵਾਢੇ ਵਾਰੀ ਲੁਹਾਰ ਕੋਲ ਜਾਂਦੇ ਸਨ। ਇੰਜ ਸ਼ਹਿਰ ਵਿੱਚ ਦਾਤਰੀ ਦੇ ਦੰਦਿਆਂ ਵਾਸਤੇ ਕਦੀ ਕੋਈ ਤੇ ਕਦੀ ਕੋਈ ਜਾਂਦਾ ਸੀ। ਘਰ ਵਾਸਤੇ ਕੁਝ ਸੌਦਾ ਸੂਤ ਵੀ ਲੈ ਆਇਆ ਕਰਦਾ ਸੀ ਤੇ ਸਾਹ ਵੀ ਨਿਕਲ ਜਾਂਦਾ ਸੀ।
ਬਾਬੂ ਸਾਬੋ ਦੇ ਲੋਕਾਂ ਦਾ ਰਹਿਣ ਸਹਿਣ ਹੀ ਅੱਡ ਸੀ। ਕੁਝ ਲੋਕ ਤਾਂ ਵਾਹੀ ਬੀਜੀ ਕਰਦੇ, ਕੁਝ ਵਪਾਰ ਤੇ ਕੁਝ ਖੌਰੇ ਨੌਕਰੀਆਂ ਜਾਂ ਮੁਲਾਜ਼ਮਤਾਂ ਵੀ ਕਰਦੇ ਸਨ। ਨਾਲ ਹੀ ਬੱਕਰ ਮੰਡੀ ਤੇ ਕਮੇਲਾ ਸੀ। ਬਾਬੂ ਸਾਬੋ ਦੀਆਂ ਕੁੜੀਆਂ ਜਿਹੜੀਆਂ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹਦੀਆਂ ਸਨ, ਉਹਨਾਂ ਦੇ ਦੁਪੱਟੇ ਸਿਰ ਦੀ ਬਜਾਏ ਗਲ ਵਿੱਚ ਹੁੰਦੇ ਸਨ ਤੇ ਸੁਰਖੀ ਪਾਊਡਰ ਦੀ ਵਰਤੋਂ ਵੀ ਆਮ ਕਰਿਆ ਕਰਦੀਆਂ ਸਨ। ਜਿਹੜੀਆਂ ਸਵਾਣੀਆਂ ਤੇ ਵੱਡੀ ਉਮਰ ਦੀਆਂ ਸਨ, ਉਹਨਾਂ ਦਾ ਬਾਣਾ ਤੇ ਟੁਰਨਾ ਫਿਰਨਾ ਅਜੇ ਵਾਹੀਵਾਨਾਂ ਵਾਲਾ ਹੀ ਸੀ, ਪਰ ਸਾਥੋਂ ਫੇਰ ਵੀ ਵਧੀਆ ਤੇ ਬਹੁਤ ਆਲਾ ਸੀ। ਜਿਹੜੇ ਜ਼ਿਮੀਂਦਾਰ ਦੇ ਡੇਰੇ ਉੱਤੇ ਅਸਾਂ ਵਾਢੀ ਲਈ ਗਏ ਸਾਂ, ਉਹਦੀ ਇੱਕੋ ਇੱਕ ਕੁੜੀ ਫਜ਼ਲਾਂ ਸੀ। ਫਜ਼ਲਾਂ 12ਵੀਂ ਜਮਾਤੇ ਪੜ੍ਹਦੀ ਸੀ। ਆਪਣੀਆਂ ਸਹੇਲੀਆਂ ਨਾਲ ਜਦੋਂ ਵਾਢੀ ਵੇਖਣ ਆਉਂਦੀ ਤਾਂ ਬਹੁਤ ਭਲੀ ਲੱਗਿਆ ਕਰਦੀ ਸੀ। ਗੱਲ-ਗੱਲ ਵਿੱਚ ਉਹ ਫਾਰਸੀ ਦੇ ਸ਼ੇਰ ਬੋਲਿਆ ਕਰਦੀ ਸੀ ਤੇ ਖੁੱਲ੍ਹ ਕੇ ਹੱਸਦੀ ਤਾਂ ਫੁੱਲ ਕਿਰਦੇ ਜਾਪਦੇ ਸਨ। ਕਿਸੇ ਨੂੰ ਵੀ ਉਹ ਅਪਰਾਮਦੀ ਨਹੀਂ ਸੀ ਜਾਂ ਖੌਰੇ ਵਾਢਿਆਂ ਨੂੰ ਇਨਸਾਨ ਹੀ ਨਾ ਸਮਝਦੀ ਹੋਵੇ। ਵਾਢੇ ਵੀ ਤਾਂ ਉਹਨਾਂ ਦੇ ਘਰੋਂ ਲੱਸੀ ਮੰਗ ਲਿਆਉਂਦੇ ਸਨ, ਅਚਾਰ ਲੈ ਆਇਆ ਕਰਦੇ ਸੀ ਤੇ ਕਦੇ-ਕਦੇ ਲੱਥਾ ਲਾਣਾ ਲੀੜਾ ਵੀ ਮੰਗ ਲਿਆਉਂਦੇ ਸਨ। ਉਸ ਵੇਲੇ ਮੈਨੂੰ ਪੰਜਾਬੀ ਵਾਢੇ ਤੇ ਆਮ ਸਿੰਧੀ ਮਾਨਵਾਂ ਵਿੱਚ ਕੋਈ ਫਰਕ ਮਾਲੂਮ ਨਹੀਂ ਸੀ ਹੁੰਦਾ। ਮਸਕੀਨ ਤੇ ਦਾਨ ਲੈਣ ਵਾਲੀਆਂ ਉਡੀਕਣਹਾਰ ਅੱਖਾਂ, ਗੱਲ-ਗੱਲ ਉੱਤੇ ਤਰਲੇ ਲੈਂਦੀ ਜੀਭ ਤੇ ਝੁਕ-ਝੁਕ ਜਾਂਦਾ ਸੀਸ, ਇਹ ਸਾਰਾ ਕੁਝ ਮੇਰੇ ਜੁੱਸੇ, ਰੂਹ ਤੇ ਦਿਮਾਗ ਉੱਤੇ ਡਾਢੇ ਫੱਟ ਲਾ ਰਿਹਾ ਸੀ। ਪਰ ਮੈਂ ਚੁੱਪ ਹੋਇਆ ਸਾਂ। ਹਯਾਤੀ ਦਾ ਖੂਹ ਗੇੜਨ ਲਈ ਤੇ ਇੱਕੋ ਥਾਂ ਉੱਤੇ ਘੁੰਮ-ਘੁੰਮ ਉੱਥੇ ਹੀ ਟੁਰੀ ਜਾਂਦਾ ਸਾਂ, ਬਸ ਟੁਰੀ ਜਾਂਦਾ ਸਾਂ। ਵਾਢੀਆਂ ਮੁੱਕਣ ਮਗਰੋਂ ਮੁਹੰਮਦ ਹੁਸੈਨ ਤੇ ਉਹਦੀ ਭਰਜਾਈ ਪਰਤ ਆਏ ਸਨ ਤੇ ਮੈਂ ਅਜੇ ਉੱਥੇ ਹੀ ਸਾਂ ਤਾਂ ਜੋ ਮਜ਼ਦੂਰੀ ਵਿੱਚ ਕਮਾਈਆਂ ਭਰੀਆਂ ਨੂੰ ਗਾਹ ਕੇ ਦਾਣੇ ਲੈ ਆਵਾਂ। ਇੱਕ ਹਫ਼ਤੇ ਮਗਰੋਂ ਮੇਰਾ ਵੀ ਕੰਮ ਮੁੱਕ ਗਿਆ ਤਾਂ ਮੈਂ ਵੀ 2 ਮਾਣੀਆਂ ਦਾਣੇ ਲੈ ਕੇ ਘਰ ਪਰਤ ਆਇਆ। ਨਵੇਂ ਰਹਿੰਦੇ ਲੋਕ ਜਿਹੜੇ ਸਾਡੇ ਵਾਲੇ ਜ਼ਿਮੀਂਦਾਰ ਰਾਹਕ ਬਿਠਾਏ ਸਨ, ਗੁਜਰਾਂਵਾਲਾ ਦੇ ਕਿਸੇ ਪਿੰਡ ਦੇ ਵਸਨੀਕ ਸਨ। ਇਹ 6-7 ਖਾਨਦਾਨ ਸਾਰੇ ਆਪਸ ਵਿੱਚ ਸਾਕ ਸੱਜਣ ਸਗੋਂ ਰਿਸ਼ਤੇਦਾਰ ਸਨ। ਸਾਡੇ ਸਿਰਫ 3 ਘਰ ਸਿੰਧੋਂ ਪਰਤ ਕੇ ਆਏ ਤਾਂ ਚਾਚਾ ਸਾਡੇ ਨਾਲ ਨਹੀਂ ਸੀ ਆਇਆ। ਉਹ ਆਪਣੀ ਚੋਗ ਲਈ ਕਿਸੇ ਹੋਰ ਜੂ ਵਿੱਚ ਚਲਿਆ ਗਿਆ ਸੀ। ਤਾਇਆ ਪਰਤ ਆਇਆ ਸੀ ਤੇ ਵੱਡੀ ਭੂਆ ਦਾ ਘਰ ਵਾਲਾ ਜਿਹੜਾ ਕਦੀ ਦੂਰ ਰਹਿੰਦਾ ਸੀ, ਹੁਣ ਉਹ ਸਾਡੇ ਕੋਲ ਆ ਗਿਆ ਸੀ। 4 ਪੁੱਤਰ ਭੂਆ ਦੇ ਸਨ ਤੇ 2 ਤਾਏ ਦੇ ਤੇ 6 ਭਰਾ ਅਸੀਂ ਸਾਂ। ਤਾਏ ਦੀਆਂ ਕੁੜੀਆਂ ਵੀ ਹੈ ਸਨ, ਭੂਆ ਦੀਆਂ ਧੀਆਂ ਵੀ ਸਨ, ਪਰ ਸਾਡੇ ਕੋਈ ਭੈਣ ਨਹੀਂ ਸੀ। ਭੂਆ ਦੇ 3 ਪੁੱਤਰ ਗੱਭਰੂ ਸਨ, ਤਾਏ ਦੇ 2 ਤੇ ਦੋਵੇਂ ਭਰਾ ਅਸੀਂ ਵੀ ਗੱਭਰੂ ਸਾਂ। ਬਾਕੀ ਦੇ ਸਾਡੇ ਭਰਾ ਅਜੇ ਛੋਟੇ ਸਨ। ਗੁਜਰਾਂਵਾਲੇ ਤੋਂ ਆਏ ਲੋਕਾਂ ਦੇ 8-10 ਮੁੰਡੇ ਗੱਭਰੂ ਸਨ, 5-6 ਮੁਟਿਆਰ ਹੋਈਆਂ ਕੁੜੀਆਂ ਵੀ ਸਨ। ਵੇਖਣ ਵਿੱਚ ਇਹ ਲੋਕ ਸੁਘੜ ਤੇ ਮਿਹਨਤੀ ਜਾਪਦੇ ਸਨ। ਕੁਝ ਔਖੇ ਤੇ ਝਗੜਾਲੂ ਵੀ ਮਾਲੂਮ ਹੁੰਦੇ ਸਨ। ਉਹਨਾਂ ਆਪਣੇ ਰਹਿਣ ਵਾਸਤੇ ਕੁੱਲੀਆਂ ਨਹੀਂ ਸਨ ਬਣਾਈਆਂ, ਕੱਚੇ ਮਿੱਟੀ ਦੇ ਕੋਠੇ ਬਣਾਏ ਸਨ। 4 ਦੀਵਾਰੀ ਤੇ ਵਿਹੜਾ ਵੀ ਰੱਖਦੇ ਸਨ। ਉਹਨਾਂ ਦੀ ਵੇਖਾ ਵੇਖੀ ਅਸਾਂ ਵੀ ਕੋਠੇ ਬਣਾਏ ਤੇ ਵਿਹੜੇ ਵੀ ਰੱਖੇ। ਇਹ ਲੋਕ ਜ਼ਿਆਦਾ ਮਜ਼ਹਬੀ ਸਨ। ਇਹਨਾਂ ਵਿੱਚੋਂ ਅੱਧਿਆਂ ਨਾਲੋਂ ਜ਼ਿਆਦਾ ਲੋਕ ਨਮਾਜ਼ ਪੜ੍ਹਦੇ ਸਨ, ਕੁਰਾਨ ਸ਼ਰੀਫ ਦੀ ਤਿਲਾਵਤ ਵੀ ਕੀਤਾ ਕਰਦੇ ਸਨ। ਉਹਨਾਂ ਦੇ ਰਹਿਣ ਸਹਿਣ ਤੇ ਉੱਠਣ ਬੈਠਣ ਤੋਂ ਪੱਕਾ ਨਹੀਂ ਸੀ ਮਾਲੂਮ ਹੁੰਦਾ ਕਿ ਇਹ ਲੋਕ ਸੱਚੀ ਮੁੱਚੀ ਇੰਜ ਦੇ ਸਨ ਜਾਂ ਇੱਥੇ ਆ ਕੇ ਬਨਾਵਟੀ ਵਿਖਾਲਾ ਪਏ ਕਰਦੇ ਸਨ ਜਾਂ ਇਸ ਜੂ ਵਿੱਚ ਆਪਣੇ ਆਪ ਨੂੰ ਮੁਅੱਜ਼ਜ਼ ਤੇ ਸੁਘੜ ਮਨਾਵਣਾ ਚਾਹੁੰਦੇ ਸਨ। ਉਹਨਾਂ ਦੇ ਬੋਲਣ ਵੇਲੇ ਗੱਲਬਾਤ ਤੋਂ ਸ਼ੱਕ ਪੈਂਦਾ ਸੀ ਕਿ ਇੰਜ ਬੋਲਣਾ ਇਹਨਾਂ ਨੂੰ ਔਖਾ ਲੱਗਦਾ ਏ, ਇਸੇ ਲਈ ਕਿਸੇ ਸਾਹਮਣੇ ਘੱਟ ਹੀ ਬੋਲਦੇ ਸਨ। ਇਹ ਮਰਦ ਲੋਕ ਆਪਣੇ ਆਪ ਨੂੰ ਤਮੀਜ਼ ਵਾਲਾ ਸਾਬਤ ਕਰਨ ਲਈ ਜਾਂ ਵਿਖਾਵਣ ਲਈ ਹਰ ਕਿਸੇ ਨਾਲ ਔਹ ਕੇ ਮਿਲਦੇ, ਮਿੱਠਾ ਬੋਲਦੇ ਤੇ ਯਾਰਾਨਾ ਗੰਢਣ ਦਾ ਯਤਨ ਕਰਦੇ ਸਨ। ਇਹਨਾਂ ਦੀਆਂ ਸਵਾਣੀਆਂ ਤੇ ਮੁਟਿਆਰਾਂ ਜਰਾ ਖੁੱਲ੍ਹੇ ਸੁਭਾਅ ਦੀਆਂ ਸਨ, ਐਵੇਂ ਹੱਸਦੀਆਂ, ਮੁਸਕਰਾਉਂਦੀਆਂ ਤੇ ਦੰਦ ਕੱਢਦੀਆਂ, ਆਪਣੇ ਆਪ ਨੂੰ ਖੁਸ਼ਹਾਲ ਤੇ ਸੋਹਣੇ ਸੁਭਾਅ ਦਾ ਚੇਤਾ ਕਰਾਉਂਦੀਆਂ ਜਾਪਦੀਆਂ। ਇਹਨਾਂ ਦਾ ਰੰਗ ਰੂਪ ਮਨ ਖਿੱਚਵਾਂ ਤੇ ਨਹੀਂ ਸੀ, ਪਰ ਇਹ ਮੁਟਿਆਰਾਂ ਤੇ ਸਵਾਣੀਆਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਵਿੱਚ ਕਾਫੀ ਹੁਸ਼ਿਆਰ ਸਨ। ਕੰਮ ਕਾਜ ਤੋਂ ਜਦ ਵੀ ਵੇਲ ਮਿਲਦਾ ਝੱਟ ਸੱਕ ਸੁਰਮਾ ਤੇ ਕੰਘੀ ਪੱਟੀ ਕਰ ਲੈਂਦੀਆਂ। ਜਦ ਮੈਂ ਪਰਤ ਕੇ ਘਰ ਆਇਆ ਤਾਂ ਕਈ ਦਿਨ ਇਹ ਲੋਕ ਮੈਨੂੰ ਪ੍ਰਾਹੁਣਾ ਹੀ ਸਮਝਦੇ ਰਹੇ ਸਨ। ਉਹਨਾਂ ਮੈਨੂੰ ਪਹਿਲੇ ਨਹੀਂ ਸੀ ਵੇਖਿਆ ਹੋਇਆ। ਮੇਰੀ ਵਹੁਟੀ ਨੂੰ ਉਹ ਮੇਰੀ ਮਾਂ ਦੀ ਧੀ ਸਮਝਦੇ ਸਨ। ਮੇਰੇ ਪਿਓ ਦਾ ਟੱਬਰ ਬਹੁਤ ਵੱਡਾ ਸੀ, 6 ਭਰਾ ਸਾਂ ਅਸੀਂ। ਰੋਜ਼ ਦੇ ਆਟੇ ਦਾ ਖਰਚ ਹੀ ਬਹੁਤ ਸੀ, ਬਾਕੀ ਲੋੜਾਂ ਤੇ ਵੱਖ ਸਨ। ਨਵਾਂ ਲੀੜਾ ਲੱਤਾ ਤੇ ਜੁੱਤੀ ਦਾ ਖਿਆਲ ਹੀ ਕਦੀ ਨਹੀਂ ਸੀ ਆਉਂਦਾ। ਰਾਕਾਂ ਦੀਆਂ ਸਵਾਣੀਆਂ ਤੇ ਪਹਿਲੇ ਹੀ ਪੈਰੋਂ ਨੰਗਾ ਰਹਿਣਾ ਹਿੱਲੀਆਂ ਹੁੰਦੀਆਂ। ਮੇਰੀ ਮਾਂ ਮੇਰੀ ਵਹੁਟੀ ਵਾਸਤੇ ਇੱਕ ਨਵੀਂ ਜੁੱਤੀ ਖਰੀਦ ਕੇ ਲਿਆਂਦੀ। ਮਾਂ ਜਦ ਬੜੇ ਸ਼ੌਂਕ ਤੇ ਰੀਝ ਨਾਲ ਆਪਣੀ ਨੂੰਹ ਨੂੰ ਜੁੱਤੀ ਦਿੰਦਿਆਂ ਆਖਿਆ, ਲੈ ਧੀਏ ਜੁੱਤੀ ਪਾ ਕੇ ਵਿਖਾ, ਕਿਹੋ ਜਿਹੀ ਲੱਗਦੀ ਏ।
ਪਰ ਨੂੰ ਜੁੱਤੀ ਪੈਰੀਂ ਪਾਵਣ ਤੋਂ ਇਨਕਾਰ ਕਰਦਿਆਂ ਆਖਿਆ, ਨਾ ਅੰਮਾ, ਸੱਸ ਪੈਰੋਂ ਨੰਗੀ ਤੇ ਨੂੰਹ ਸ਼ੌਂਕ ਵਿਖਾਵੇ, ਇਹ ਕਦੀ ਨਾ ਹੋਸੀ। ਮਾਂ ਬਹੁਤ ਆਖਿਆ, ਧੀਏ, ਅਸਾਂ ਖਾ ਹੰਢਾ ਲਿਆਏ, ਹੁਣ ਤੁਹਾਡੀ ਵਾਰੀ ਏ ਹੱਸਣ ਖੇਡਣ ਤੇ ਹੰਢਾਵਣ ਦੀ। ਨੂੰਹ ਆਖਦੀ, ਪਤਾ ਏ ਮੈਨੂੰ ਤੁਸਾਂ ਕੀ ਖੱਟਿਆ ਖਾਧਾ ਏ ਤੇ ਕੀ ਹੰਢਾਇਆ ਏ। ਰੀਝ ਨਾਲ ਲਿਆਂਦੀ ਜੁੱਤੀ ਮਾਂ ਆਪ ਹੀ ਆਪਣੇ ਪੈਰੀਂ ਪਾ ਕੇ ਜੂਠੀ ਕਰਕੇ ਕੁਝ ਦਿਨਾਂ ਮਗਰੋਂ ਮੇਰੀ ਵਹੁਟੀ ਨੂੰ ਦੇ ਦਿੱਤੀ। ਸੱਸ ਦੀ ਜੂਠੀ ਜੁੱਤੀ ਨੂੰ ਖੁਸ਼ੀ ਨਾਲ ਪਾ ਲਈ ਤੇ ਫਿਰ ਉਹ ਰੀਝਾਂ ਵਾਲੀ ਜੁੱਤੀ ਕਈ ਸਾਲ ਸਾਡੇ ਘਰ ਰਹੀ। ਜਦ ਸੱਸ ਨੂੰ ਲੋੜ ਹੁੰਦੀ ਤੇ ਉਹ ਆਪ ਪਾ ਕੇ ਕਿਧਰੇ ਕੰਮ ਜਾਣਾ ਹੋਵੇ ਤਾਂ ਚਲੀ ਜਾਂਦੀ, ਜਦ ਨੂੰਹ ਵਾਂਢੇ ਜਾਣਾ ਹੋਵੇ ਤਾਂ ਉਹ ਪਾ ਲੈਂਦੀ। ਇੰਝ ਇੱਕ ਅੱਧ ਦਿਨ ਮਗਰੋਂ ਜੁੱਤੀ ਕਈ ਦਿਨ ਸਗੋਂ ਮਹੀਨੇ ਭੜੋਲੇ ਉੱਤੇ ਹੀ ਪਈ ਰਹਿੰਦੀ ਸੀ। ਸਿਰਫ ਆਵਣ ਜਾਵਣ ਲਈ ਸੰਭਾਲ ਕੇ ਰੱਖ ਲਈ ਗਈ ਸੀ। ਮੇਰੇ ਨਾਨਕਿਆਂ ਸਾਡੀ ਬਹੁਤ ਮਦਦ ਕੀਤੀ। ਹੋਰ ਤੇ ਸਾਰੇ ਅੰਗ ਸਾਕ ਗਰੀਬ ਤੇ ਨਿਮਾਣੇ ਸਾਡੇ ਵਾਂਗ ਹੀ ਸਨ। ਰਾਤ ਦਿਨ ਰੋਟੀ ਦੀ ਭਾਲ ਵਿੱਚ ਅੱਗੇ ਰਿਜ਼ਕ ਤੇ ਪਿੱਛੇ ਰਾਹਕ ਹੁੰਦੇ ਸਨ। ਇੱਕ ਦੌੜ ਲੱਗੀ ਹੋਈ ਸੀ। ਰਿਜ਼ਕ ਫੜਾਈ ਨਹੀਂ ਸੀ ਦੇ ਰਿਹਾ ਤੇ ਰਾਹਕ ਪਿੱਛਾ ਨਹੀਂ ਸੀ ਛੱਡਦੇ ਪਏ। ਖੌਰੇ ਕਦੋਂ ਤੋਂ ਦੌੜ ਲੱਗੀ ਹੋਈ ਏ ਤੇ ਕਦੋਂ ਤੀਕ ਲੱਗੀ ਰਹੇਗੀ। ਮੇਰੇ ਨਾਨਕਿਆਂ ਅਨਾਜ ਦੇ ਨਾਲ ਸਾਨੂੰ ਇੱਕ ਗੱਡ ਵੀ ਖਰੀਦ ਕੇ ਲੈ ਦਿੱਤੀ ਸੀ। ਸਾਡੀ ਗੱਡ ਤੇ ਮਾਲ ਡੰਗਰ ਉੱਥੇ ਰਾਜੇ ਹੀ ਖੋਹ ਲਿਆ ਸੀ। ਵਾਹੀ ਕਰਨ ਲਈ ਸਾਡੇ ਕੋਲ ਕੋਈ ਹੋਰ ਵਸੀਲਾ ਵੀ ਤੇ ਨਹੀਂ ਸੀ। ਉਧਾਰ ਦੀ ਇੱਕ ਜੋਗ ਕਿਧਰੋਂ ਮੇਰੇ ਪਿਓ ਨੇ ਲੈ ਆਉਂਦੀ ਸੀ। ਇੱਕ ਜੋਗ ਤੇ ਗੱਡ ਨਾਨਕਿਆਂ ਵੱਲੋਂ ਮਿਲ ਗਈ। ਅਸੀਂ ਦੋਵੇਂ ਭਰਾ ਫੇਰ ਜੁੱਪ ਗਏ, ਕਦੀ ਹਲ ਵਾਂਦੇ ਕਦੀ ਗੱਡ। ਰਾਤ ਦਿਨ ਇਹੀ ਕੰਮ। ਰਾਤ ਨੂੰ ਗੱਡ ਲੈ ਕੇ ਸ਼ਹਿਰ ਵੱਲ ਤੇ ਦਿਨ ਨੂੰ ਹਲ ਲੈ ਕੇ ਪੈਲੀਆਂ ਵਿੱਚ। ਰਿਜ਼ਕ ਦੀ ਭਾਲ ਵਿੱਚ ਸਾਨੂੰ ਬੜੀ ਪੀੜ ਕੱਟਣੀ ਪੈ ਰਹੀ ਸੀ। ਪਹਾੜਾਂ ਦੇ ਪਹਾੜ ਪੁੱਟਣੇ ਪੈਂਦੇ ਸਨ। ਇੱਕ ਬੁਰਕੀ ਵਾਸਤੇ ਸਾਨੂੰ 100 ਯਤਨ ਕਰਨੇ ਪੈਂਦੇ ਸਨ, ਪਰ ਨਵੇਂ ਰਾਕਾਂ ਨੂੰ ਗੱਡ ਵਾਣੀ ਨਹੀਂ ਸੀ ਆਉਂਦੀ। ਗੱਡ ਗੋਚਰੇ ਉਹਨਾਂ ਨੂੰ ਕੋਈ ਛੋਟਾ ਮੋਟਾ ਕੰਮ ਪੈਂਦਾ ਤਾਂ ਉਹਨਾਂ ਨੂੰ ਸਾਡੇ ਸਾਹਮਣੇ ਸਵਾਲ ਕਰਨਾ ਪੈਂਦਾ ਸੀ। ਅਸਾਂ ਕਦੇ ਉਹਨਾਂ ਦੀ ਲੋੜ ਪੂਰੀ ਕਰ ਦਿੰਦੇ ਤੇ ਕਦੀ ਕੋਈ ਨਾ। ਮੁਹੰਮਦ ਹੁਸੈਨ ਬਹੁਤ ਮਿਹਨਤੀ ਤੇ ਮਜ਼ਬੂਤ ਜੁੱਸੇ ਵਾਲਾ, ਚੰਗੇ ਹੱਡਾਂ ਪੈਰਾਂ ਵਾਲਾ ਗੱਭਰੂ ਨਿਕਲਿਆ। ਨਵੇਂ ਲੋਕਾਂ ਨਾਲ ਉਹਦੀ ਯਾਰੀ ਵੱਧਦੀ ਜਾ ਰਹੀ ਸੀ। ਮੇਰਾ ਵੀ ਬਹੁਤ ਇਹਤਰਾਮ ਕਰਦਾ ਸੀ, ਸਗੋਂ ਔਖ ਸੌਖ ਆਪ ਜਰ ਲੈਂਦਾ ਤੇ ਮੈਨੂੰ ਲੱਗੇ ਬਸ ਕੋਈ ਤਕਲੀਫ ਨਾ ਹੋਵਣ ਦਿੰਦਾ। ਮੇਰੇ ਅੰਦਰ ਪਤਾ ਨਹੀਂ ਕਿਹੜਾ ਰੋਗ ਸੀ, ਕਾਹਦੀ ਅੱਗ ਸੀ ਜਿਹੜੀ ਠੰਡੀ ਨਹੀਂ ਸੀ ਹੋ ਰਹੀ, ਦਿਨੋਂ ਦਿਨ ਮੱਚਦੀ ਜਾਂਦੀ ਸੀ। ਮੇਰੀ ਰੂਹ ਲੂਸੀ ਬੇਚੈਨ ਤੇ ਉਦਾਸ ਹੀ ਰਹੀ। ਬਕੌਲ ਰੋਂਦੂ, ਸੜੀਅਲ ਤੇ ਸ਼ੱਕੀ। ਹਾਂ, ਵਾਕਈ ਮੇਰੇ ਅੰਦਰ ਕੋਈ ਸਾੜ ਹੈ। ਠੀਕ ਆਖਦਾ ਸੀ ਰੋਂਦੂ। ਮੈਂ ਸੜੀਅਲ ਹਾਂ। ਕਦੀ ਮੈਂ ਆਪਣੇ ਆਪ ਹੀ ਬੜਬੜ ਕਰਨ ਲੱਗ ਪੈਂਦਾ ਸਾਂ। ਆਪਣੇ ਆਪ ਹੀ ਮੇਰੇ ਅੱਥਰੂ ਨਿਕਲ ਆਇਆ ਕਰਦੇ ਸਨ। ਮੈਂ ਹੈਰਾਨ ਸਾਂ ਕਿ ਇੰਝ ਕਿਉਂ ਹੁੰਦਾ ਏ। ਮੈਨੂੰ ਨਜ਼ਰ ਆਵਣ ਵਾਲਾ ਤੇ ਕੋਈ ਰੋਗ ਨਹੀਂ ਸੀ, ਫਿਰ ਇਹ ਰੋਗ ਕਾਹਦਾ? ਇਹਦਾ ਇਲਾਜ ਕੀ ਏ? ਮੈਂ ਸੋਚਦਾ ਜ਼ਰੂਰ ਸਾਂ, ਪਰ ਕੋਈ ਸਿਰਾ ਹੱਥ ਨਹੀਂ ਸੀ ਆਇਆ ਕਰਦਾ। ਪਹਿਲੇ ਤੇ ਮੈਂ ਭਾਬੀ ਜਮੀਲਾ ਕੋਲ ਚਲਾ ਜਾਇਆ ਕਰਦਾ ਸਾਂ। ਉਹਦੇ ਕੋਲ ਤਵੇ ਵਾਲੀ ਮਸ਼ੀਨ ਤੇ ਗਾਵਣ ਸੁਣ ਕੇ ਮਨ ਪਰਚਾ ਲਿਆ ਕਰੀਂਦਾ ਸੀ। ਭਾਬੀ ਜਮੀਲਾ ਮੇਰੀ ਫਰਮਾਇਸ਼ ਉੱਤੇ ਉਹੀ ਤਵਾ ਲਾ ਦਿੰਦੀ ਜਿਹਦੀ ਮੈਂ ਰੀਝ ਕਰਦਾ, ਪਰ ਘੜੀ ਮੁੜੀ ਇੱਕੋ ਉਦਾਸੀ ਭਰਿਆ ਗੀਤ ਸੁਣ ਕੇ ਮੈਨੂੰ ਹੋਰ ਉਦਾਸੀਆਂ ਚੜ੍ਹ ਜਾਂਦੀਆਂ ਸਨ ਤੇ ਚੜ੍ਹੀਆਂ ਉਦਾਸੀਆਂ ਦਾ ਇੱਕ ਵੱਖਰਾ ਹੀ ਸਵਾਦ ਹੁੰਦਾ ਸੀ। ਸਾਰੇ ਜੁੱਸੇ ਦਾ ਰੂੰ ਉਦਾਸੀ ਕਾਰਨ ਚੀਕਦਾ ਤੜਫਦਾ ਮੈਨੂੰ ਚੰਗਾ ਲੱਗਿਆ ਕਰਦਾ ਸੀ। ਭਾਬੀ ਜਮੀਲਾ ਮੁੜ ਇੱਕੋ ਜਿਹਾ ਗੀਤ ਸੁਣਨ ਉੱਤੇ ਆਖਦੀ, ਕੀ ਏ ਇਸ ਗਾਵਣ ਵਿੱਚ? ਚੰਗਾ ਭਲਾ ਤੇ ਤੂੰ ਹੈ, ਕੀ ਏ ਤੈਨੂੰ? ਕਿਉਂ ਐਸੇ ਉਦਾਸੀ ਭਰੇ ਗਾਉਣ ਉੱਤੇ ਰੀਝ ਗਿਆ ਏ? ਜਵਾਬ ਵਿੱਚ ਮੈਂ ਆਖਦਾ, ਬਸ ਭਾਬੀ, ਮੈਨੂੰ ਇਹੋ ਜਿਹੇ ਗਾਉਣ ਚੰਗੇ ਲੱਗਦੇ ਨੇ। ਹੋਰ ਕੋਈ ਸ਼ੈ ਤੈਨੂੰ ਚੰਗੀ ਨਹੀਂ ਲੱਗਦੀ ਏ? ਭਾਬੀ ਜਮੀਲਾ ਦੇ ਆਖਣ ਉੱਤੇ ਮੈਂ ਸ਼ਰਾਰਤ ਕਰਦਿਆਂ ਆਖਦਾ, ਹਰ ਚੰਗੀ ਸ਼ੈ ਤੇ ਲੋਕਾਂ ਮੱਲ ਮਾਰੀ ਹੋਈ ਏ, ਮੈਂ ਕੀ ਕਰਾਂ? ਰਾਤਾਂ ਹਨੇਰੀਆਂ ਬਣਾ ਕੇ ਰੱਬਾ ਮੇਰੀਆਂ, ਨਸੀਬਾਂ ਵਾਲੇ ਤਾਰੇ ਡੁੱਬ ਗਏ। ਭਾਬੀ ਜਮੀਲਾ ਝੂਠੀ ਮੂਠੀ ਦੇ ਗੁੱਸੇ ਨਾਲ ਮੈਨੂੰ ਧੱਫਾ ਮਾਰਨ ਲਈ ਹੱਥ ਚੁੱਕਦੀ ਹੋਈ ਆਖਦੀ, ਚੱਲ ਬਦਮਾਸ਼। ਮੈਂ ਉਹਦੇ ਗੋਰੇ ਤੇ ਗੋਲ ਹੱਥ ਨੂੰ ਫੜ ਲੈਂਦਾ ਤੇ ਹੱਸਦਾ ਹੋਇਆ ਆਖਦਾ, ਭਾਬੀ, ਇਹ ਗੋਲ ਤੇ ਗੋਰੀਆਂ ਬਾਹਾਂ ਮਾਰਨ ਵਾਸਤੇ ਨਹੀਂ ਹੁੰਦੀਆਂ। ਉਹ ਦੰਦ ਪੀਸ ਕੇ ਮੇਰੇ ਵਾਲਾਂ ਨੂੰ ਰੁੱਗ ਪਾ ਲੈਂਦੀ ਤੇ ਆਖਦੀ, ਦੱਸ ਹੁਣ ਕਿੱਥੇ ਫੰਡ ਖਾਣੀ ਆ? ਮੈਂ ਹੌਂਕਾ ਭਰ ਕੇ ਆਖਦਾ, ਦਿਲ ਉੱਤੇ ਤੇ ਅੱਗੇ ਹੀ ਬਹੁਤ ਸੱਟਾਂ ਵੱਜੀਆਂ ਹੋਈਆਂ ਨੇ। ਹੋਰ ਕੋਈ ਥਾਂ ਇਸ ਲਾਇਕ ਨਹੀਂ ਕਿ ਤੇਰੇ ਸੋਹਣੇ ਹੱਥਾਂ ਨਾਲ ਮੇਲ ਖਾਵੇ। ਪਰ ਭਾਬੀ, ਤੇਰੀਆਂ ਮੋਟੀਆਂ ਅੱਖਾਂ ਬਹੁਤ ਖੂਬਸੂਰਤ ਨੇ, ਸੱਚੀ ਬਹੁਤ ਸੋਹਣੀਆਂ ਲੱਗਦੀਆਂ ਨੇ। ਮੇਰੀਆਂ ਗੱਲਾਂ ਸੁਣ ਕੇ ਉਹ ਹੱਸਦੀ ਹੋਈ ਮੇਰੇ ਵਾਲਾਂ ਨੂੰ ਭਰਿਆ ਰੁੱਗ ਛੱਡ ਕੇ ਮੇਰੀ ਗੱਲ ਉੱਤੇ ਚੁੰਡੀ ਵੱਢ ਕੇ ਆਖਦੀ,
ਇਸੇ ਲਈ ਤੇ ਗੋਗੀ ਆਖਨੀ ਆ ਕਿ ਇਹਨਾਂ ਸੋਹਣੀਆਂ ਅੱਖਾਂ ਸਾਹਮਣੇ ਖੁਸ਼-ਖੁਸ਼ ਤੇ ਹਸਮੁਖ ਦੇਵਰ ਹੋਣਾ ਚਾਹੀਦਾ ਏ, ਦੁਖੀਆ ਤੇ ਉਦਾਸ ਨਹੀਂ। ਜਵਾਬ ਲਈ ਉਹ ਮੇਰੇ ਵੱਲ ਵੇਖਦੀ, ਪਰ ਕੀ ਦੱਸਦਾ? ਮੈਨੂੰ ਤੇ ਆਪ ਮਾਲੂਮ ਨਹੀਂ ਸੀ ਕਿ ਕੀ ਏ ਮੈਨੂੰ। ਮੇਰੇ ਲਈ ਉਹ ਬੜਾ ਚੰਗਾ ਸਮਾਂ ਹੁੰਦਾ ਸੀ। ਇੱਕ ਪਾਸੇ ਮੁਹੱਬਤ ਕਰਨ ਵਾਲੀ ਭਾਬੀ ਜਮੀਲਾ, ਖੂਬਸੂਰਤ ਤੇ ਹਮਦਰਦ, ਤੇ ਇੱਕ ਪਾਸੇ ਜ਼ੋਰਾ, ਮੇਰੇ ਦਿਲ ਦੇ ਤਾਰ ਹਿਲਾਵਣ ਵਾਲੀ ਕੁੜੀ। ਇੱਕ ਨਜ਼ਰ ਵਿੱਚ 100 ਹਰਜ ਹੁੰਦੇ ਸਨ। ਇਸ਼ਕ ਦੀ ਨਵੀਂ ਨਵੀਂ ਬਹਾਰ ਵਾਲੀ ਮੌਜ ਬਣੀ ਹੋਈ ਸੀ। ਪਰ ਜ਼ੋਰਾ ਤੇ ਮੇਰੇ ਹੁੰਦਿਆਂ ਹੀ ਚਲੀ ਗਈ ਸੀ। ਸਿੰਧ ਜਾਵਣ ਮਗਰੋਂ ਪਰਤ ਕੇ ਆਏ ਤੇ ਭਾਬੀ ਜਮੀਲਾ ਨਹੀਂ ਸੀ, ਟਿਊਬਵੈਲ ਹੀ ਨਹੀਂ ਸੀ, ਮਿਸਤਰੀ ਕਿੱਥੋਂ ਹੋਣਾ ਸੀ। ਹੁਣ ਤੇ ਉੱਥੇ ਬਿਜਲੀ ਦੀ ਮੋਟਰ ਲੱਗੀ ਹੋਈ ਏ ਤੇ ਕਾਕੂ ਲੂੰਜਾ ਹੀ ਸਭ ਕੁਝ ਏ। ਮੋਟਰ ਵੀ ਚਲਾਉਂਦਾ ਏ, ਮੁਨਸ਼ੀ ਵੀ ਏ ਤੇ ਟਰੈਕਟਰ ਡਰਾਈਵਰ ਵੀ ਏ। ਜ਼ਿਮੀਂਦਾਰ ਕੁਝ ਆਪ ਵੀ ਵਾਹੀ ਕਰਾਉਂਦਾ ਸੀ ਤੇ ਉਸ ਟਰੈਕਟਰ ਮੰਗਵਾ ਲਿਆ ਹੋਇਆ ਸੀ। ਭਗਤਪੁਰਾ ਮੈਂ ਵੇਖਿਆ ਨਹੀਂ ਸੀ ਹੋਇਆ। ਜ਼ੋਰਾ ਦੇ ਦੀਦਾਰ ਕਿੰਜ ਹੁੰਦੇ। ਮੁਹੰਮਦ ਸ਼ਫੀ ਤੇ ਭਾਬੀ ਜਮੀਲਾ ਦਾ ਕੁਝ ਪਤਾ ਨਹੀਂ ਸੀ ਕਿ ਹੁਣ ਉਹ ਕਿੱਥੇ ਹੁੰਦੇ ਨੇ। ਖੌਰੇ ਜ਼ੋਰਾ ਦਾ ਵਿਆਹ ਹੋਇਆ ਏ ਕਿ ਨਹੀਂ, ਉਹਦਾ ਸਾਥੀ ਕੈਸਾ ਹੋ ਸੀ, ਉਹਨੂੰ ਪਸੰਦ ਵੀ ਏ ਕਿ ਨਹੀਂ। ਕਿੰਨੇ ਹੀ ਖਿਆਲ ਸਨ ਜਿਹੜੇ ਮੈਨੂੰ ਟੁੰਬਦੇ ਰਹਿੰਦੇ ਸਨ। ਨਵੇਂ ਰਾਕਾਂ ਨਾਲ ਮੇਰਾ ਉੱਠਣ ਬਹਿਣ ਨਹੀਂ ਸੀ ਬਣਿਆ। ਮੁਹੰਮਦ ਹੁਸੈਨ ਦਾ ਵਾਹਵਾ ਘਸ ਪੈ ਗਿਆ ਹੋਇਆ ਸੀ। ਇਹ ਲੋਕ ਵਾਹੀ ਬੀਜੀ ਦੇ ਚੰਗੇ ਜਾਣੂ ਨਹੀਂ ਸਨ, ਉਂਝ ਮਿਹਨਤੀ ਬਹੁਤ ਸਨ। ਮਾਲੂਮ ਹੋਇਆ ਕਿ ਇਹ ਲੋਕ ਪਿਛਲੇ ਪਿੰਡ ਰਾਹਕ ਨਹੀਂ ਸਨ, ਉੱਥੋਂ ਦੇ ਖੇਤ ਮਜ਼ਦੂਰ ਸਨ। ਵਾਹੀ ਦੀ ਸਮਝ ਨਾ ਆਵਣ ਕਾਰਨ ਤੇ ਕੁਝ ਜ਼ਿਮੀਂਦਾਰ ਦੇ ਲੋਭੂ ਰਵੱਈਏ ਪਾਰੋਂ ਇਹਨਾਂ ਵਿੱਚੋਂ ਕੁਝ ਲੋਕ ਉੱਠ ਕੇ ਜਾ ਰਹੇ ਸਨ। ਉਹਨਾਂ ਦੀ ਇੱਕ ਕੁੜੀ ਸ਼ੈਦਾਂ ਮੇਰੇ ਵਿੱਚ ਦਿਲਚਸਪੀ ਲੈਂਦੀ ਸੀ, ਪਰ ਮੈਂ ਕਿਸੇ ਵਿੱਚ ਵੀ ਧਿਆਨ ਨਹੀਂ ਸਾਂ ਰੱਖਦਾ। ਸ਼ੈਦਾਂ ਮੇਰੀ ਵਹੁਟੀ ਦੇ ਨੇੜੇ ਹੋਵਣ ਦਾ ਯਤਨ ਕਰਦੀ ਸੀ, ਪਰ ਮੇਰੀ ਵਹੁਟੀ ਕੋਲ ਇੰਨਾ ਵੇਲਾ ਹੀ ਨਹੀਂ ਸੀ ਕਿ ਉਹ ਆਸ਼ਕ ਮਿਜਾਜ ਕੁੜੀਆਂ ਨਾਲ ਗੱਪਾਂ ਮਾਰੇ। ਉਹ ਤਾਂ ਘਰੋਗਣ ਤੇ ਅਣਖੀ ਜਨਾਨੀ ਸੀ, ਹਰ ਵੇਲੇ ਆਪਣੇ ਕੰਮ ਨਾਲ ਕੰਮ। ਉਹਨਾਂ ਦਿਨਾਂ ਵਿੱਚ ਮੈਂ ਪੁੱਠੇ ਸਿੱਧੇ ਜੋੜਨ ਲੱਗ ਪਿਆ ਸਾਂ, ਫਜ਼ੂਲ ਤੇ ਬੇਸਵਾਦੇ ਜਿਹੇ। ਪੰਜਾਬੀ ਦੇ ਕਿੱਸੇ ਪੜ੍ਹਦਾ ਤੇ ਸ਼ੇਰਾਂ ਦਾ ਮਤਲਬ ਸਮਝ ਕੇ ਹੋਰ ਉਦਾਸੀ ਵੱਧ ਜਾਂਦੀ ਸੀ। 12 ਮਾਹ ਮੁਸਾਫਰ ਦੇ ਤਾਂ ਮਨ ਨੂੰ ਬਹੁਤ ਭਾਉਂਦੇ ਸਨ। ਸਾਰੀ ਕਿਤਾਬ ਮੈਨੂੰ ਜ਼ਬਾਨੀ ਯਾਦ ਸੀ। ਜਦ ਜੀ ਕਰਨਾ ਉਹੀ ਗੁਣਗੁਣਾ ਲੈਂਦਾ ਸਾਂ। ਘਰ ਆ ਮੁਸਾਫਰਾ, ਤੁਧ ਬਾਝੋਂ ਮੰਦਾ ਹਾਲ ਅਤੇ ਜ਼ੁਲਫਾਂ ਖੁੱਲੀਆਂ ਨਹੀਂ। ਆਪਣਾ ਜੋੜ ਵੀ ਸਵਾਦ ਦਾ ਨਹੀਂ ਸੀ ਜੁੜਦਾ ਮੈਥੋਂ। ਇਸ ਬੇਸਵਾਦੀ ਉੱਤੇ ਮੈਨੂੰ ਖਿਝ ਚੜ੍ਹ ਜਾਂਦੀ ਤੇ ਫਿਰ ਕਈ ਰੋਜ਼ ਖਿਝ ਚੜ੍ਹੀ ਰਹਿੰਦੀ ਸੀ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।